Hello students, welcome again. Today we will do very important topic of our grammar book, that is change of voice. Voice of a verb tells whether the subject of the sentence performs or receives the action. So students, this is a very big topic, long topic. It will consume a lot of time. So I will directly move to the formation or structure of the active and passive voice, right? कि काफ़ी ज़्यादा लंबा टॉपिक है, इस करके मैं ज़्यादा ਇਹਦੇ ਬਾਰੇ ਡੈਫੀਨੇਸ਼ਨਸ ਵੱਲ ਨਾ ਜਾਂਦੀ ਹੋਈ ਮੈਂ ਸਿੱਧਾ ਹੀ ਇਹਦੇ ਸਟਰਕਚਰ ਬਾਰੇ ਗੱਲ ਕਰਦੀ ਹਾਂ। ਐਕਟਿਵ ਵੌਇਸ ਦੇ ਵਿੱਚ ਜਿਹੜਾ ਸੈਂਟੈਂਸ ਹੁੰਦਾ ਉਹਦੇ ਵਿੱਚ ਇਸ ਤਰ੍ਹਾਂ ਦਾ ਉਹਦਾ ਸਟਰਕਚਰ ਹੁੰਦਾ, ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ। ਸਭ ਤੋਂ ਪਹਿਲਾਂ ਸਬਜੈਕਟ, ਫਿਰ ਆਉਂਦੀ ਹੈ ਉਹਦੇ 'ਚ ਵਰਬ ਤੇ ਫਿਰ ਐਂਡ ਤੇ ਆਉਂਦਾ ਆਬਜੈਕਟ। ਲੇਕਿਨ ਜਦੋਂ ਵੌਇਸ ਚੇਂਜ ਕਰੀਦੀ ਹੈ ਤਾਂ ਸਬਜੈਕਟ ਦੀ ਜਗ੍ਹਾ ਜਿਹੜਾ ਹੈ ਉਹ ਆਬਜੈਕਟ ਲੈ ਲੈਂਦਾ ਔਰ ਹੈਲਪਿੰਗ ਵਰਬਸ is am are was were has have ਹੈਲਪਿੰਗ ਵਰਬਸ। ਉਸ ਤੋਂ ਬਾਅਦ ਵਿੱਚ ਵਰਬ ਦੀ ਥਰਡ ਫਾਰਮ ਅਖੀਰ ਵਿੱਚ ਪਾਏ ਲਗਾ ਕੇ ਸਬਜੈਕਟ। ਇਹ ਮੇਨ ਗੱਲਾਂ ਤੁਸੀਂ ਇਹ ਯਾਦ ਰੱਖਣੀਆਂ ਕਿ ਸਿੰਪਲ ਅਗਰ ਐਕਟਿਵ ਵੌਇਸ ਆ ਤਾਂ ਉਹਦੇ ਵਿੱਚ ਸਟਰਕਚਰ ਜਿਹੜਾ ਸੈਂਟੈਂਸ ਦਾ ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ ਹੋਏਗਾ। ਜਦੋਂ ਦੀ ਵੌਇਸ ਚੇਂਜ ਕਰਾਂਗੇ ਇਹ ਆਬਜੈਕਟ ਜਿਹੜਾ ਹੈ ਇਹ ਸਬਜੈਕਟ ਦੀ ਜਗ੍ਹਾ ਲੈ ਲੇਗਾ ਔਰ ਜਿਹੜਾ ਸਬਜੈਕਟ ਹੈ ਉਹ ਆਬਜੈਕਟ ਦੀ ਥਾਂ ਤੇ ਆ ਜਾਏਗਾ, ਵਿੱਚ ਹੈਲਪਿੰਗ ਵਰਬ ਲੱਗੇਗੀ, ਫਿਰ ਵਰਬ ਦੀ ਥਰਡ ਫਾਰਮ ਲੱਗ ਜਾਏਗੀ, ਰਾਈਟ? ਤੇ ਬਾਏ ਲਗਾ ਕੇ ਆਬਜੈਕਟ ਲੱਗੇਗਾ। So let's do. So here are some common rules for active and passive voice. Let's read. Active voice ਵਿੱਚ pronouns ਜਿਹੜੇ ਆ ਉਹ ਕਿਵੇਂ ਚੇਂਜ ਹੁੰਦੇ ਆ according to their position. ਅਗਰ I ਹੈ ਤਾਂ ਉਹ me ਦੇ ਵਿੱਚ ਚੇਂਜ ਹੋਏਗਾ, you ਦਾ you ਹੀ ਰਹੇਗਾ, she ਤੋਂ her ਬਣ ਜਾਏਗਾ, they ਤੋਂ them ਬਣ ਜਾਏਗਾ, we ਚੇਂਜ ਹੋਏਗਾ us ਦੇ ਵਿੱਚ, he ਤੋਂ him ਬਣ ਜਾਏਗਾ and it ਦਾ it ਹੀ ਰਹੇਗਾ। ਅਨਚੇਂਜਡ ਕਿਹੜੇ ਰਹਿ ਗਏ? ਦੋ ਚੀਜ਼, you ਨੇ ਚੇਂਜ ਨਹੀਂ ਹੋਣਾ ਐਂਡ it ਨੇ ਚੇਂਜ ਨਹੀਂ ਹੋਣਾ। ਬਾਕੀ ਜਿਹੜੇ ਪ੍ਰੋਨਾਊਨਸ ਨੇ ਉਹ ਅਕੋਰਡਿੰਗ ਟੂ देयर ਪੋਜੀਸ਼ਨ ਉਹ ਚੇਂਜ ਹੋਣਗੇ। ਓਨਲੀ ਥਰਡ ਫਾਰਮ ਆਫ ਵਰਬ ਇਜ਼ ਯੂਜ਼ਡ ਇਨ ਪੈਸਿਵ ਵੌਇਸ, ਰਾਈਟ? ਸੋ ਨਾਓ ਐਕਟਿਵ ਐਂਡ ਪੈਸਿਵ ਵੌਇਸਸ ਰਿਲੇਟਡ ਟੂ ਟੈਂਸਸ। ਸਭ ਤੋਂ ਪਹਿਲਾਂ ਟੈਂਸ ਅਸੀਂ ਕਰਦੇ ਹਾਂ ਪ੍ਰੈਜ਼ੈਂਟ ਇੰਡੈਫਿਨਿਟ ਟੈਂਸ। ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਦੇ ਵਿੱਚ ਸਬਜੈਕਟ ਪਲੱਸ ਫਰਸਟ ਫਾਰਮ ਆਫ ਦਾ ਵਰਬ ਨਾਲ ਐਸ ਜਾਂ ਈਐਸ ਅਕੋਰਡਿੰਗ ਟੂ ਦਾ ਸਬਜੈਕਟ ਐਂਡ ਵਿੱਚ ਆਬਜੈਕਟ ਲੱਗ। ਨੈਗੇਟਿਵ ਸੈਂਟੈਂਸਸ ਹੁੰਦੇ ਆ ਉਹਨਾਂ ਵਿੱਚ ਡੂ ਜਾਂ ਡਸ ਤੇ ਨੋਟ ਲੱਗ ਜਾਂਦਾ ਤੇ ਫਰਸਟ ਫਾਰਮ ਦੇ ਨਾਲ ਆਬਜੈਕਟ ਲੱਗ ਜਾਂਦਾ। ਇੰਟੈਰੋਗੇਟਿਵ ਦੇ ਵਿੱਚ ਡੂ ਡਸ ਪਹਿਲਾਂ ਬਾਹਰ ਆ ਜਾਂਦੇ ਆ ਸ਼ੁਰੂ ਦੇ ਵਿੱਚ, ਫਿਰ ਸਬਜੈਕਟ ਲੱਗਦਾ ਹੈ, ਫਿਰ ਨੋਟ ਲੱਗਦਾ ਹੈ ਜਾਂ ਨੈਗੇਟਿਵ ਹੋਵੇ ਤਾਂ ਫਿਰ ਫਰਸਟ ਫਾਰਮ ਤੇ ਆਬਜੈਕਟ ਲਗਾ ਕੇ ਕੁਐਸਚਨ ਮਾਰਕ। ਪੈਸਿਵ ਵੌਇਸ ਦੇ ਵਿੱਚ ਕੀ ਕਰਨਾ ਅਸੀਂ, ਆਬਜੈਕਟ ਜਿਹੜਾ ਉਹ ਇੱਥੇ ਪਹਿਲੇ ਨੰਬਰ ਤੇ ਆ ਜਾਏਗਾ, ਸਬਜੈਕਟ ਬਣ ਜਾਏਗਾ, ਫਿਰ ਉਹਦੇ ਨਾਲ ਹੈਲਪਿੰਗ ਵਰਬਸ। ਇਸ ਕੇਸ ਦੇ ਵਿੱਚ ਅਗਰ ਤਾਂ ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਹੈ, ਵਰਬ ਦੀ ਫਰਸਟ ਫਾਰਮ ਸਬਜੈਕਟ ਨਾਲ ਲੱਗੀ ਹੈ, ਨਾਲ ਐਸ ਜਾਂ ਈਐਸ ਲੱਗਿਆ ਜਾਂ ਫਿਰ ਡੂ ਡਸ ਲੱਗਿਆ ਹੋਇਆ, ਤਾਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜੀਆਂ ਆਬਜੈਕਟ ਦੇ ਨਾਲ ਹੈਲਪਿੰਗ ਵਰਬਸ ਲੱਗਣੀਆਂ ਉਹ ਇਹਨਾਂ ਤਿੰਨਾਂ ਵਿੱਚੋਂ ਇੱਕ ਲੱਗਣੀ ਹੈ, ਇਜ਼, ਐਮ, ਆਰ, ਇਹਨਾਂ ਤਿੰਨਾਂ ਵਿੱਚੋਂ ਇੱਕ। ਸਿੰਗੂਲਰ ਆਬਜੈਕਟ ਦੇ ਨਾਲ ਇੱਕ ਵਚਨ ਦੇ ਨਾਲ ਇਜ਼ ਲੱਗ ਜਾਏਗਾ, ਆਈ ਦੇ ਨਾਲ ਐਮ ਤੇ ਪਲੂਰਲ ਦੇ ਨਾਲ ਆਰ ਲੱਗ ਜਾਏਗਾ। ਔਰ ਵਰਬ ਦੀ ਫਰਸਟ ਫਾਰਮ ਦੀ ਥਾਂ ਤੇ ਹੁਣ ਕੀ ਬਣ ਜਾਏਗਾ, ਆਲਵੇਜ਼ ਪੈਸਿਵ ਵੌਇਸ 'ਚ ਥਰਡ ਫਾਰਮ ਲੱਗਣੀ ਹੈ। ਪੈਸਿਵ ਵੌਇਸ 'ਚ ਹਮੇਸ਼ਾ ਵਰਬ ਦੀ ਥਰਡ ਫਾਰਮ ਲੱਗੇਗੀ ਤੇ ਅਖੀਰ ਵਿੱਚ ਫਿਰ ਬਾਏ ਲਗਾ ਕੇ ਤੇ ਸਬਜੈਕਟ ਜਿਹੜਾ ਪਹਿਲਾਂ ਐਕਟਿਵ ਵੌਇਸ 'ਚ ਪਹਿਲੇ ਨੰਬਰ ਤੇ ਸੀਗਾ ਸਬਜੈਕਟ ਉਹ ਹੁਣ ਅਖੀਰ ਤੇ ਚਲ ਜਾਏਗਾ ਬਾਏ ਲੱਗ ਕੇ, ਠੀਕ ਹੈ? ਕੋਈ ਕੰਮ ਕਿਸੇ ਦੁਆਰਾ ਕਿਸ ਦੁਆਰਾ ਕੀਤਾ ਜਾ ਰਿਹਾ ਹੈ ਉਹ ਦੁਆਰਾ ਇਹ ਸਬਜੈਕਟ ਹੈ, ਡੂਅਰ ਕੰਮ ਕਰਨ ਵਾਲਾ, ਉਹ ਅਖੀਰ ਤੇ ਆ ਜਾਏਗਾ। ਲੈਟਸ ਸੀ ਦ ਐਗਜ਼ਾਮਪਲਸ। Arjun sees a deer. So these all examples are of present indefinite as we are doing present indefinite tense. So ਇਹਦੇ ਵਿੱਚ ਤੁਸੀਂ ਇਹ ਵਾਚ ਕਰਨਾ, ਧਿਆਨ ਨਾਲ ਇਹ ਦੇਖਣਾ ਹੈ ਕਿ ਸਾਰੇ ਸੈਂਟੈਂਸਸ ਜਿੰਨੇ ਵੀ ਅਸੀਂ ਕਰਨੇ ਆ ਵਰਬ ਦੀ ਫਰਸਟ ਫਾਰਮ ਲੱਗੀ ਹੋਏਗੀ ਇਕੱਲੀ ਜਾਂ ਉਹਦੇ ਨਾਲ ਐਸ ਜਾਂ ਈ ਐਸ ਲੱਗਿਆ ਹੋਏਗਾ। ਜਿਵੇਂ ਇਹ ਜੇ ਤੇ ਸਬਜੈਕਟਸ ਇੱਕ ਵਚਨ ਨੇ, ਐਸ ਜਾਂ ਈ ਐਸ ਤਾਂ ਲੱਗਿਆ ਹੋਏਗਾ ਜੇ ਇਹ ਸਬਜੈਕਟਸ ਜਿਹੜੇ ਕਰਤਾ ਹੈਗੇ ਆ ਕੰਮ ਕਰਨ ਵਾਲੇ ਇਹ ਇੱਕ ਵਚਨ ਹੈਗੇ ਆ, ਸਿੰਗੂਲਰ ਨੇ, ਤਾਂ ਵਰਬ ਦੀ ਫਰਸਟ ਫਾਰਮ ਨਾਲ ਐਸ ਜਾਂ ਈ ਐਸ ਆਇਆ ਹੋਏਗਾ ਤਾਂ ਅਸੀਂ ਸਮਝ ਸਕਾਂਗੇ ਕਿ ਇਹ ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਹੈ। ਦੂਸਰਾ ਜੇ ਨੈਗੇਟਿਵ ਹੈ ਤਾਂ ਡੂ ਨੋਟ ਲੱਗਿਆ ਹੋਏਗਾ ਜਾਂ ਡਜ਼ ਨੋਟ ਲੱਗਿਆ ਹੋਏਗਾ, ਠੀਕ ਹੈ? ਆ ਦੇਖੋ ਆਈ ਦੇ ਨਾਲ ਡੂ ਨੋਟ ਲੱਗਿਆ, ਹੀ ਨਾਲ ਡਜ਼ ਲੱਗਿਆ, ਤੇ ਜੇ ਕੁਐਸਚਨ ਵਾਲਾ ਵਾਕ ਹੈ ਤਾਂ ਡੂ ਡਜ਼ ਬਾਹਰ ਪਹਿਲਾਂ ਲੱਗੇ ਹੋਣੇ ਆ। ਕਲੀਅਰ? ਸੋ ਹੁਣ ਇਹਨਾਂ ਦੀ ਪੈਸਿਵ ਵੌਇਸ ਕਿਵੇਂ ਕਰਨੀ ਹੈ। ਇਹ ਜਿਹੜਾ ਆਬਜੈਕਟ ਹੈ ਇਹਨੂੰ ਅਸੀਂ ਚੁੱਕ ਕੇ ਸਬਜੈਕਟ ਦੀ ਜਗ੍ਹਾ ਤੇ ਲਿਆਉਣਾ ਹੈ। ਅ ਡੀਅਰ, ਹੁਣ ਅ ਡੀਅਰ ਇੱਕ ਵਚਨ ਹੋਣ ਕਰਕੇ ਇਹਦੇ ਨਾਲ ਹੈਲਪਿੰਗ ਵਰਬ ਕਿਹੜੀ ਲੱਗੀ, ਇਜ਼, ਤੇ ਵਰਬ ਦੀ ਸੀ
ਦੀ ਥਰਡ ਫਾਰਮ ਦੇਖੋ ਸੀ ਦੀਆਂ 3 ਫਾਰਮਸ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਹਰੇਕ ਜਿਹੜੀ ਵਰਬ ਹੈ ਉਹਦੀਆਂ 3 ਫਾਰਮਸ ਹੁੰਦੀਆਂ ਉਹ ਤਿੰਨੋਂ ਤੁਹਾਨੂੰ ਯਾਦ ਕਰਨੀਆਂ ਪੈਣੀਆਂ ਤਾਂ ਤੁਸੀਂ ਐਕਟਿਵ ਪੈਸਿਵ ਵੌਇਸ ਟੈਂਸਸ ਤਾਂ ਕਰ ਸਕੋਗੇ ਸੋ ਸੀ ਸੋ ਸੀਨ ਥਰਡ ਫਾਰਮ ਇਜ਼ ਸੀਨ ਸੋ ਅ ਡੀਅਰ ਇੱਕ ਹੁਣ ਕਰਕੇ ਇਹਦੇ ਨਾਲ ਇਜ਼ ਲੱਗ ਗਿਆ ਵਰਬ ਦੀ ਥਰਡ ਫਾਰਮ ਸੀਨ ਹੋ ਗਈ ਐਂਡ ਅਖੀਰ ਵਿੱਚ ਦੁਆਰਾ ਕਿਹਦੇ ਦੁਆਰਾ ਸਬਜੈਕਟ ਜਿਹੜਾ ਅਰਜੁਨ ਸੀਗਾ ਬਾਏ ਅਰਜੁਨ ਅ ਡੀਅਰ ਇਜ਼ ਸੀਨ ਬਾਏ ਅਰਜੁਨ ਪਰਥ ਪਲੇਜ਼ ਵਾਇਲਨ ਹੁਣ ਵਾਇਲਨ ਪਰਥ ਵਾਇਲਨ ਵਜਾਉਂਦਾ ਹੈ ਹੁਣ ਵਾਇਲਨ ਕਿਹਦੇ ਦੁਆਰਾ ਵਜਾਈ ਜਾਂਦੀ ਹੈ ਪਰਥ ਦੁਆਰਾ ਬਾਏ ਦਾ ਮਤਲਬ ਦੁਆਰਾ ਜਾਂ ਰਾਹੀਂ ਸੋ ਵਾਇਲਨ ਪਹਿਲਾਂ ਆ ਗਿਆ ਵਾਇਲਨ ਇੱਕ ਹੈ ਤਾਂ ਇਜ਼ ਲੱਗ ਗਿਆ ਵਾਇਲਨ ਇਜ਼ ਪਲੇਡ ਥਰਡ ਫਾਰਮ ਪਲੇਡ ਬਾਏ ਪਰਥ I do not like kites ਮੈਂ ਕਾਈਟਸ ਨੂੰ ਪਸੰਦ ਨਹੀਂ ਕਰਦਾ ਹਾਂ ਨੈਗੇਟਿਵ ਹੈ ਡੂ ਨੋਟ ਤੋਂ ਪਤਾ ਲੱਗਦਾ ਪ੍ਰੈਜ਼ੈਂਟ ਇੰਡੈਫੀਨਿਟ ਹੈ ਲੇਕਿਨ ਹੈਲਪਿੰਗ ਵਰਬ ਇਹਦੀਆਂ ਪੈਸਿਵ ਵੌਇਸ 'ਚ ਫਿਰ ਇਜ਼ ਐਮ ਆਰ ਵਰਗੀਆਂ ਹੀ ਆਉਣੀਆਂ ਨੇ ਕਾਈਟਸ ਜ਼ਿਆਦਾ ਹੋਣ ਕਰਕੇ ਇਹਦੇ ਨਾਲ ਕੀ ਲੱਗ ਗਿਆ ਆਰ not third form liked by me kites are not liked by me he does not eat apples are not apples zyada are not eaten eat ate eaten third form by him do you take tea question mark ਹੁਣ ਇੱਥੇ ਕੁਐਸਚਨ ਮਾਰਕ ਹੈ ਡੂ ਬਾਹਰ ਹੈ ਤਾਂ ਜਿਹੜੀ ਹੈਲਪਿੰਗ ਵਰਬ ਲੱਗਣੀ ਹੈ ਪੈਸਿਵ ਵੌਇਸ 'ਚ ਉਹ ਵੀ ਸੈਂਟੈਂਸ ਤੋਂ ਪਹਿਲਾਂ ਲੱਗੇਗੀ ਬਾਹਰ ਲੱਗੇਗੀ ਸ਼ੁਰੂ ਵਿੱਚ ਲੱਗੇਗੀ ਸੋ ਟੀ ਦੇਖਣਾ ਕੀ ਹੈ ਤੁਸੀਂ ਕਿ ਇਹ ਜਿਹੜਾ ਸਬ ਆਬਜੈਕਟ ਹੈ ਇਹਨੇ ਪਹਿਲਾਂ ਆਉਣਾ ਹੈ ਔਰ ਇਹ ਵੇਖਣਾ ਕਿ ਇਹ ਇੱਕ ਵਚਨ ਹੈ ਕਿ ਬਹੁਵਚਨ ਹੈ ਜੇ ਤੇ ਇੱਕ ਵਚਨ ਹੈ ਤਾਂ ਹੈਲਪਿੰਗ ਵਰਬ ਲੱਗ ਜਾਏਗੀ ਇਜ਼ ਕਿਉਂਕਿ ਅਸੀਂ ਉਹ ਪਹਿਲਾਂ ਲਿਖਣੀ ਹੈ ਇਸ ਕਰਕੇ ਆਬਜੈਕਟ ਵੱਲ ਤੁਸੀਂ ਧਿਆਨ ਦੇਣਾ ਕਿ ਉਹ ਇੱਕ ਵਚਨ ਹੈ ਕਿ ਬਹੁਵਚਨ ਹੈ ਉਹਨੂੰ ਧਿਆਨ 'ਚ ਰੱਖਦੇ ਹੋਏ ਇੱਥੇ ਇਜ਼ ਐਮ ਆਰ ਵਿੱਚੋਂ ਇੱਕ ਚੀਜ਼ ਲੱਗਣੀ ਹੈ ਸੋ ਫਸਟ ਆਫ ਆਲ ਤੁਹਾਡਾ ਧਿਆਨ ਇੱਥੇ ਜਾਣਾ ਚਾਹੀਦਾ ਹੈ ਕਿ ਜੇ ਇੱਕ ਵਚਨ ਹੈ ਤਾਂ ਇਜ਼ ਲੱਗ ਜਾਏਗਾ ਇਜ਼ ਟੀ ਟੇਕਨ ਟੇਕ ਦੀ ਥਰਡ ਫਾਰਮ ਟੇਕਨ ਬਾਏ ਯੂ ਕੁਐਸਚਨ ਮਾਰਕ ਸੋ ਇਹ ਜਿਹੜੀਆਂ ਚੇਂਜਸ ਨੇ ਹੀ ਤੋਂ ਹਿਮ ਬਣਦਾ ਹੈ ਆਏ ਤੋਂ ਮੀ ਬਣਦਾ ਹੈ ਜਿਹੜੇ ਪਰਟੀਕੂਲਰ ਨਾਊਨਸ ਹੁੰਦੇ ਆ ਉਹਨਾਂ ਨੂੰ ਚੇਂਜ ਨਹੀਂ ਕਰੀਦਾ ਔਰ ਯੂ ਨੇ ਚੇਂਜ ਨਹੀਂ ਹੋਣਾ ਹੁੰਦਾ ਇਹ ਸਾਰੀਆਂ ਅਸੀਂ ਪਹਿਲਾਂ ਪੜ੍ਹੀਆਂ ਸੋ ਇਹ ਐਪਲੀਕੇਸ਼ਨਸ ਉਹਨਾਂ ਦੀਆਂ ਨੈਕਸਟ ਟਾਈਪ ਆਫ ਟੈਂਸ ਇਜ਼ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਹੇਅਰ ਸਬਜੈਕਟ ਦੇ ਨਾਲ ਇਜ਼ ਐਮ ਆਰ ਪਲੱਸ V1 ਵਰਬ ਦੀ ਫਰਸਟ ਫਾਰਮ ਨਾਲ ING ਪਲੱਸ ਆਬਜੈਕਟ ਲੱਗਿਆ ਹੁੰਦਾ ਨੈਗੇਟਿਵ 'ਚ ਨੋਟ ਲੱਗਿਆ ਹੁੰਦਾ ਨਾਲ ਤੇ ਇੰਟੈਰੋਗੇਟਿਵ 'ਚ ਇਜ਼ ਐਮ ਆਰ ਬਾਹਰ ਆਏ ਹੁੰਦੇ ਆ ਜਦੋਂ ਇਹਦੀ ਪੈਸਿਵ ਵੌਇਸ ਬਣਾਈ ਦੀ ਹੈ ਤਾਂ ਉਹਦੇ ਵਿੱਚ ਇਜ਼ ਐਮ ਆਰ ਤਾਂ ਰਹਿਣੇ ਹੀ ਰਹਿਣੇ ਨੇ ਆਬਜੈਕਟ ਨੇ ਸਬਜੈਕਟ ਦੀ ਜਗ੍ਹਾ ਤੇ ਆ ਜਾਣਾ ਹੈ ਇਜ਼ ਐਮ ਆਰ ਰਹਿਣਗੇ ਨਾਲ ਬੀਇੰਗ ਲੱਗ ਜਾਏਗਾ ਬੀਇੰਗ ਉਹ ਬੀਇੰਗ ਕਿੱਥੋਂ ਆ ਗਿਆ ਕਿਉਂਕਿ ਵਰਬ ਦੀ ਫਰਸਟ ਫਾਰਮ ਨਾਲ ਆ ਜਿਹੜਾ ING ਹੈ ਇਹ ING ਜਿਹੜਾ ਹੈ ਉਹ ਬੀ ਦੇ ਨਾਲ ਇੰਗ ਲੱਗ ਕੇ ਆ ਗਿਆ ਕਿਉਂਕਿ ਅਸੀਂ ਹਮੇਸ਼ਾ ਕਿਹਾ ਹੋਇਆ ਦੱਸਿਆ ਤੁਹਾਨੂੰ ਕਿ ਪੈਸਿਵ ਵੌਇਸ 'ਚ ਆਲਵੇਜ਼ ਵਰਬ ਦੀ ਥਰਡ ਫਾਰਮ ਆਉਂਦੀ ਹੈ ਹੁਣ ਜੇ ਵਰਬ ਦੀ ਫਰਸਟ ਫਾਰਮ ਨਾਲ ING ਲੱਗਿਆ ਹੈ ਤਾਂ ਉਹਦੀ ਤੁਸੀਂ ਥਰਡ ਫਾਰਮ ਡਾਇਰੈਕਟਲੀ ਨਹੀਂ ਬਣਾ ਸਕਦੇ ਇਸ ਕਰਕੇ ਕੀ ਕਰਨਾ ਹੈ ਉਹਦੇ ਨਾਲ ਜਿਹੜਾ ING ਲੱਗਿਆ ਹੈ ਉਹਨੂੰ ਹਟਾ ਕੇ ਇੱਥੇ ਬੀਇੰਗ ਦੇ ਰੂਪ ਵਿੱਚ ਲਿਆਂਦਾ ਅੰਡਰਸਟੂਡ ਨਾਲ ਫਿਰ ਬਣ ਗਈ ਵਰਬ ਦੀ ਥਰਡ ਫਾਰਮ and by plus ਨਾਲ subject ਇਸੇ ਤਰ੍ਹਾਂ negative ਤੇ interrogative let's do examples same sentences as we have done in present indefinite tense now these are in present continuous tense Arjun is seeing a deer is ਲਗਾ ਕੇ verb ਦੀ first form ਨਾਲ ING ਲੱਗ ਗਿਆ passive voice ਦੇ rules same ਕਿ ਉਹ object ਜਿਹੜਾ ਉਹਨੇ subject ਦੀ ਜਗ੍ਹਾ ਤੇ ਆ ਜਾਣਾ a deer ਹੁਣ ਇੱਕ ਹੈ ਤਾਂ is ਲੱਗ ਗਿਆ ਨਾਲ being ਇਹ ਜਿਹੜਾ seeing ਦਾ ING ਕੱਟ ਕੇ be ਦੇ ਨਾਲ ਲਗਾ ਕੇ being ਬਣ ਗਿਆ ਤੇ verb ਦੀ see ਦੀ third form seen ਹੈ by Arjun Parth is playing violin is being played by Parth I am not liking kites are not being liked by me he is not eating apples are not being eaten by him are you taking tea is tea being taken by you the next is present perfect tense ਇਹਦੀ ਫਾਰਮੇਸ਼ਨ ਕੀ ਹੁੰਦੀ ਹੈ ਸਬਜੈਕਟ ਪਲੱਸ ਹੈਜ਼ ਹੈਵ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਆਬਜੈਕਟ ਹੁੰਦਾ ਹੈ ਔਰ ਨੈਗੇਟਿਵ ਦੇ ਵਿੱਚ ਨੋਟ ਲੱਗ ਜਾਂਦਾ ਹੈਜ਼ ਹੈਵ ਨਾਲ ਤੇ ਇੰਟੈਰੋਗੇਟਿਵ 'ਚ ਹੈਜ਼ ਹੈਵ ਸੈਂਟੈਂਸ ਤੋਂ ਬਾਹਰ ਆ ਜਾਂਦੇ ਸ਼ੁਰੂ ਵਿੱਚ ਆ ਜਾਂਦੇ ਆ ਪੈਸਿਵ ਵੌਇਸ ਦੇ ਵਿੱਚ ਆਬਜੈਕਟ ਆ ਉਹ ਪਹਿਲਾਂ ਆ ਜਾਏਗਾ ਫਿਰ ਹੈਜ਼ ਹੈਵ ਤਾਂ ਰਹਿਣਗੇ ਇਹਦੇ ਵਿੱਚ ਰਹਿਣਗੇ ਨਾਲ BEEN ਬੀਨ ਲੱਗ ਜਾਏਗਾ ਨਾਲ ਵਰਬ ਦੀ ਥਰਡ ਫਾਰਮ ਪਲੱਸ ਬਾਏ ਪਲੱਸ ਸਬਜੈਕਟ ਸੋ same examples हैं लेकिन present perfect tense ਦੇ ਵਿੱਚ ਨੇ Arjun has seen a deer has been
seen by Arjun. ਸੋ ਧਿਆਨ ਤੁਸੀਂ ਕਿੱਥੇ ਦੇਣਾ ਹੈ ਕਿ ਜੇ ਐਕਟਿਵ ਵੌਇਸ 'ਚ ਹੈਜ਼ ਤੇ ਵਰਬ ਦੀ ਥਰਡ ਫਾਰਮ ਹੈ ਤਾਂ ਤੁਸੀਂ ਪੈਸਿਵ ਦੇ ਵਿੱਚ ਕੀ ਕਰਨਾ ਹੈ, ਹੈਜ਼ ਬਿਨ ਥਰਡ ਫਾਰਮ, ਹੈਜ਼ ਬਿਨ ਸੀਨ ਬਾਏ ਅਰਜੁਨ। ਸੋ ਇਹਦੇ ਵਿੱਚ ਇੱਕ ਸਿੰਪਲ ਗੱਲ ਤੁਹਾਡੇ ਲਈ ਇਹ ਰਹੇਗੀ ਕਿ ਐਕਟਿਵ ਵੌਇਸ 'ਚ ਆਲਰੇਡੀ ਥਰਡ ਫਾਰਮ ਤੁਹਾਨੂੰ ਦਿੱਤੀ ਹੋਣੀ ਹੋਈ ਹੈ, ਕਿਉਂਕਿ ਹੈਜ਼ ਦੇ ਨਾਲ ਹੈਜ਼ ਹੈਵ ਨਾਲ ਆਲਵੇਜ਼ ਥਰਡ ਫਾਰਮ ਲੱਗਦੀ ਹੈ। ਸੋ ਉਹ ਆਲਵੇਜ਼ ਤੁਹਾਨੂੰ ਹੈਜ਼ ਹੈਵ ਨਾਲ ਥਰਡ ਫਾਰਮ ਲੱਗੀ ਲਗਾਈ ਮਿਲੇਗੀ। ਤੁਸੀਂ ਸਿਰਫ ਕੀ ਕਰਨਾ, ਹੈਜ਼ ਦੇ ਨਾਲ ਬਿਨ ਲਗਾ ਦੇਣਾ, ਰਾਈਟ। Simple. This is the simplest, I think, simplest tense to change the voice. ਕਿ already has ਦੇ ਨਾਲ third form ਲੱਗੀ ਹੋਏਗੀ, ਤੁਸੀਂ ਵਿੱਚ ਸਿਰਫ BEEN ਲਗਾ ਦੇਣਾ ਹੈ ਤੇ ਨਾਲ ਦੀ ਨਾਲ subject ਤੇ object ਦੀ position ਜਿਹੜੀ ਹੈ ਉਹ change ਕਰ ਦੇਣੀ ਹੈ। Simple one. Perth has played violin. Violin has been played by Perth. I have not liked kites. Kites have not been liked by me. Have not been liked by me. He has not eaten apples. Apples have not been eaten by him. Have you taken tea? Has ਹੁਣ ਉਹੀ ਸੇਮ ਇੱਥੇ ਕਿ ਤੁਸੀਂ ਟੀ ਨੂੰ ਦੇਖਣਾ ਹੈ ਕਿ ਇਹ ਸਿੰਗੂਲਰ ਹੈ ਕਿ ਪਲੂਰਲ ਹੈ, ਜਿਹੜਾ ਇੱਧਰ ਆਬਜੈਕਟ ਹੈ ਉਹਦੇ ਹਿਸਾਬ ਨਾਲ ਇੱਥੇ ਹੈਜ਼ ਹੈਵ ਲੱਗਣਾ ਹੈ। ਸੋ ਟੀ ਇਜ਼ ਸਿੰਗੂਲਰ, ਸੋ ਹੇਅਰ ਵੀ ਵਿਲ ਅਪਲਾਈ ਹੈਜ਼। Has tea been taken by you? Question mark. So this is very simple. Next is past indefinite tense. Past indefinite tense the structure we will see कि subject plus verb the second form plus object होगा। This is also a simple tense कि सिर्फ verb ਦੀ second form ਲੱਗਦੀ ਹੈ, subject ਦੇ ਨਾਲ object ਲੱਗ ਜਾਂਦਾ। Negative ਦੇ ਵਿੱਚ ਤੁਸੀਂ ਇਹ ਧਿਆਨ ਦੇਣਾ ਹੈ ਥੋੜਾ ਜਿਹਾ, ਇਹਦੇ ਵਿੱਚ ਇਹ ਧਿਆਨ ਦੇਣ ਵਾਲੀ ਗੱਲ ਹੁੰਦੀ ਹੈ ਕਿ negative ਹੈ ਤਾਂ did not ਲੱਗ ਕੇ verb ਦੀ first form ਹੋ ਜਾਂਦੀ ਹੈ। Be very careful ਕਿ ਵੈਸੇ ਸਿੰਪਲ ਪਾਸਟ ਇੰਡੈਫੀਨਿਟ ਟੈਂਸ ਦੇ ਵਿੱਚ ਸਬਜੈਕਟ ਨਾਲ ਵਰਬ ਦੀ ਸੈਕੰਡ ਫਾਰਮ ਲੱਗਦੀ ਹੈ, ਲੇਕਿਨ ਨੈਗੇਟਿਵ 'ਚ ਡਿਡ ਨਾਟ ਲੱਗ ਕੇ ਵਰਬ ਦੀ ਅਗੇਨ ਫਸਟ ਫਾਰਮ ਲੱਗੇਗੀ। ਤੇ ਇੰਟੈਰੋਗੇਟਿਵ 'ਚ ਡਿਡ ਬਾਹਰ ਆ ਜਾਏਗਾ ਸ਼ੁਰੂ 'ਚ ਤੇ ਸਬਜੈਕਟ ਤੋਂ ਬਾਅਦ ਵਰਬ ਦੀ ਫਸਟ ਫਾਰਮ ਪਲੱਸ ਆਬਜੈਕਟ ਕੁਐਸਚਨ ਮਾਰਕ ਆ ਜਾਏਗਾ। ਸੋ ਧਿਆਨ ਦੇਣ ਵਾਲੀ ਗੱਲ ਇਹ ਕਿ ਡਿਡ ਜਿੱਥੇ ਵੀ ਲੱਗਿਆ, ਜਿੱਥੇ ਵੀ ਕਿਤੇ ਦੁਨੀਆ ਦੇ ਵਿੱਚ ਕਿਤੇ ਵੀ ਇੰਗਲਿਸ਼ ਦੇ ਵਿੱਚ ਡਿਡ ਲੱਗਿਆ ਪੜ੍ਹ ਲਓਗੇ, ਨਾਲ ਵਰਬ ਦੀ ਕਿਹੜੀ ਫਾਰਮ ਲੱਗੇਗੀ ਦਿਖੇਗੀ, ਫਸਟ ਫਾਰਮ। ਤੁਸੀਂ ਵੀ ਫਸਟ ਫਾਰਮ ਲਗਾਉਣੀ ਹੈ, ਰਾਈਟ। ਸੋ ਲੈਟਸ ਮੂਵ ਔਨ ਟੂ ਐਗਜ਼ਾਮਪਲਸ। ਸੋ ਪੈਸਿਵ ਵੌਇਸ ਦੇ ਵਿੱਚ ਇਹਦੇ ਥੋੜੇ ਰੂਲਸ ਥੋੜੇ ਜਿਹੇ ਚੇਂਜ ਹੋਣਗੇ, ਕਿਉਂਕਿ ਜਿਵੇਂ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਅਸੀਂ ਹੈਲਪਿੰਗ ਵਰਬਸ ਲਾਈਆਂ ਪੈਸਿਵ ਵੌਇਸ 'ਚ ਇਜ਼ ਐਮ ਆਰ, ਉੱਥੇ ਵਰਬ ਦੀ ਫਸਟ ਫਾਰਮ ਸੀ ਤਾਂ ਇਜ਼ ਐਮ ਆਰ ਲੱਗੀਆਂ। ਇੱਥੇ ਹੁਣ ਤੁਹਾਨੂੰ ਮਿਲੇਗੀ ਵਰਬ ਦੀ ਸੈਕਿੰਡ ਫਾਰਮ ਪਾਸਟ ਇੰਡੈਫੀਨਿਟ ਦੇ ਵਿੱਚ ਐਕਟਿਵ ਵੌਇਸ 'ਚ। ਤੇ ਤੁਸੀਂ ਕੀ ਕਰਨਾ ਹੈ ਕਿ ਆਬਜੈਕਟ ਪਹਿਲਾਂ ਲਿਆ ਕੇ ਉਹਦੇ ਨਾਲ ਵਾਸ ਜਾਂ ਵਰ ਵਿੱਚੋਂ ਇੱਕ ਚੀਜ਼ ਲਗਾਉਣੀ ਹੈ, ਨਾਲ ਵਰਬ ਦੀ ਥਰਡ ਫਾਰਮ ਪਲੱਸ ਬਾਈ ਪਲੱਸ ਸਬਜੈਕਟ। ਲੈਟਸ ਡੂ ਦ ਐਗਜ਼ਾਮਪਲਸ। ਅਰਜੁਨ saw a deer. saw, see, saw, seen. So this is second form. So ਇੱਥੋਂ ਪਤਾ ਲੱਗੇਗਾ ਕਿ this is past indefinite. So this is past indefinite tense. ਇਸ ਨੂੰ ਚੇਂਜ ਕਰਨ ਲਈ ਫਿਰ ਅਸੀਂ ਕੀ ਕਰਾਂਗੇ, was ਵਰ ਲੱਗੇਗਾ। a deer was verb ਦੀ third form by Arjun. A deer was seen by Arjun. Parth played violin. Violin was played by Parth. I did not like kites. Did not तो पता लगता है past indefinite है, लेकिन passive voice which was वर ही लगेगा। Kites were not liked by me. He did not eat apples. Apples were not eaten by him. Did you take tea? Was tea taken by you? Past continuous tense. This is past continuous tense. As we have done in present continuous tense, subject ਦੇ ਵਿੱਚ is am are plus verb ਦੀ first form ਨਾਲ ing ਲੱਗਿਆ ਸੀ present indefinite 'ਚ। past indefinite 'ਚ the difference is only here. ਉੱਥੇ is am are ਲੱਗਦਾ ਸੀ, ਇੱਥੇ was ਵਰ ਲੱਗੇਗਾ ਪਲੱਸ ਸਾਰਾ ਕੁਝ ਸੇਮ ਹੈ V1 ਨਾਲ ing plus object। ਇਹਦਾ ਵੀ ਜਦੋਂ ਵੌਇਸ ਚੇਂਜ ਕਰਨੀ ਹੈ ਤਾਂ was ਵਰ ਉਵੇਂ ਰਹੇਗਾ ਤੇ ਜਿਹੜਾ verb ਦੀ ਫਰਸਟ ਫਾਰਮ ਨਾਲ ing ਲੱਗਿਆ ਸੀਗਾ ਉਹਦਾ ਅਸੀਂ ਬਣਾ ਦੇਣਾ being, ਨਾਲ ਬਣ ਜਾਣੀ verb ਦੀ ਥਰਡ ਫਾਰਮ ਪਲੱਸ by plus subject। So Arjun was seeing a deer. A deer was being seen by Arjun. Deer was being seen by Arjun. Parth was playing violin. Violin was being played by Parth. I was not liking kites. Kites were not being liked by me. He was not eating apples. Apples were not being eaten by him. Were you taking tea?
was ਹੁਣ ਇੱਥੇ ਵਰ ਹੈ ਤਾਂ ਇਹ ਨਹੀਂ ਕਹਿਣਾ ਕਿ ਮੈਮ ਜੀ ਇੱਥੇ ਵਾਰ ਲੱਗਿਆ, ਇੱਥੇ ਵਰ ਲੱਗਿਆ ਤਾਂ ਤੁਸੀਂ ਇੱਥੇ ਵਰ ਨਹੀਂ ਲਗਾਉਣਾ, ਵਰ ਤਾਂ ਯੂ ਨਾਲ ਲੱਗਿਆ ਹੋਇਆ ਨਾ, ਇਹ ਜਿਹੜਾ ਵਰ ਹੈ ਇਹ ਯੂ ਨਾਲ ਲੱਗਿਆ। ਹੁਣ ਤੁਸੀਂ ਟੀ ਨੂੰ ਅੱਗੇ ਲਿਆਉਣਾ ਔਰ ਟੀ ਇੱਕ ਵਚਨ ਹੈ, ਉਹਦੇ ਨਾਲ ਵਾਜ਼ ਲੱਗੇਗਾ, was tea being taken by you, correct। ਨੈਕਸਟ ਇਜ਼ ਪਾਸਟ ਪਰਫੈਕਟ ਟੈਂਸ। ਜਿਵੇਂ ਪ੍ਰੈਜ਼ੈਂਟ ਪਰਫੈਕਟ ਟੈਂਸ ਸੀਗਾ, ਉਹਦੇ ਵਿੱਚ ਸਬਜੈਕਟ ਪਲਸ ਹੈਜ਼ ਹੈਵ ਪਲਸ ਵਰਬ ਦੀ ਥਰਡ ਫਾਰਮ ਪਲਸ ਆਬਜੈਕਟ ਸੀਗਾ। ਕੰਪੈਰੀਜ਼ਨ ਕਰਨਾ ਜ਼ਰੂਰੀ ਹੈ ਸਟੂਡੈਂਟਸ, ਕਿਉਂਕਿ ਫਿਰ ਮਿਕਸ ਅਪ ਨਹੀਂ ਹੁੰਦਾ, ਔਰ ਜੇ ਹੋਵੇ ਵੀ ਤਾਂ ਅੰਡਰਸਟੈਂਡਿੰਗ ਹੋ ਜਾਂਦੀ ਹੈ ਕਿ ਉੱਥੇ ਇਹ ਸੀ ਇੱਥੇ ਇੱਦਾਂ। ਪਾਸਟ ਇੰਡੈਫੀਨਿਟ ਵਿੱਚ ਸਬਜੈਕਟ ਪਲਸ ਹੈਡ ਕੀ ਸੀਗਾ, ਹੈਜ਼ ਹੈਵ, ਦੋਨਾਂ 'ਚ ਆਪਸ਼ਨ ਸੀਗੀ, ਇੱਕ ਵਚਨ ਨਾਲ ਹੈਜ਼, ਬਹੁ ਵਚਨ ਨਾਲ ਹੈਵ ਲੱਗਦਾ ਸੀ। ਇੱਥੇ ਭਾਵੇਂ ਇੱਕ ਵਚਨ ਹੈ ਸਬਜੈਕਟ, ਭਾਵੇਂ ਬਹੁ ਵਚਨ ਹੈ, ਸਿੰਗੂਲਰ ਹੈ, ਪਲੂਰਲ ਹੈ, ਸਭ ਨਾਲ HAD ਹੈਡ ਹੀ ਲੱਗਣਾ, ਨਾਲ ਵਰਬ ਦੀ ਥਰਡ ਫਾਰਮ ਹੀ ਲੱਗਣੀ ਹੈ ਪਲਸ ਆਬਜੈਕਟ। ਦਿਸ ਇਜ਼ ਆਲਸੋ ਸਿੰਪਲ ਵਨ। ਜਦੋਂ ਤੁਸੀਂ ਇਹਦੀ ਵੌਇਸ ਚੇਂਜ ਕਰੋਗੇ ਤੁਹਾਨੂੰ ਇੱਥੇ ਵਰਬ ਦੀ ਥਰਡ ਫਾਰਮ ਪਹਿਲਾਂ ਹੀ ਕਰੀ ਕਰਾਈ ਮਿਲ ਜਾਣੀ ਹੈ, ਵਰਬ ਦੀ ਥਰਡ ਫਾਰਮ ਹੀ ਉਹਦੇ 'ਚ ਆ ਜਾਣੀ ਹੈ, ਜਿਸ ਤਰ੍ਹਾਂ ਪ੍ਰੈਜ਼ੈਂਟ ਪਰਫੈਕਟ ਵਿੱਚ ਸੀਗਾ। ਸੋ ਦੀ ਪੈਸਿਵ ਵੌਇਸ ਦੀ ਜਿਹੜੀ ਬਣਤਰ ਹੈ, ਸਟਰਕਚਰ ਹੈ, ਉਹ ਹੋ ਜਾਏਗਾ ਆਬਜੈਕਟ ਪਲਸ ਹੈਡ ਪਲਸ ਬਿਨ ਪਲਸ ਵਰਬ ਦੀ ਥਰਡ ਫਾਰਮ ਪਲਸ ਬਾਏ ਸਬਜੈਕਟ। ਸੋ ਸਿੰਪਲ ਹੈ। ਅਰਜੁਨ ਹੈਡ ਸੀਨ ਅ ਡੀਅਰ, ਹੈਡ ਲੱਗਿਆ ਤਾਂ ਤੁਸੀਂ ਕੀ ਕਰਨਾ ਹੈ, ਅ ਡੀਅਰ ਹੈਡ ਬਿਨ, ਇੱਥੇ ਬਿਨ ਲੱਗ ਜਾਏਗਾ, ਸੀਨ ਬਾਏ ਅਰਜੁਨ। ਸਿੰਪਲ ਵਨ। ਤੁਸੀਂ ਕੀ ਕੀਤਾ, ਤੁਸੀਂ ਸਿਰਫ ਕੀ ਕੀਤਾ ਕਿ ਜਿਹੜਾ ਆ ਡੀਅਰ ਹੈ ਇਹਨੂੰ ਅੱਗੇ ਲਿਆਂਦਾ ਤੇ ਅਰਜੁਨ ਨੂੰ ਪਿੱਛੇ ਲੈ ਕੇ ਬਾਏ ਲਗਾ ਕੇ ਹੈਡ ਤੋਂ ਬਾਅਦ ਵਿੱਚ ਬਿਨ ਲਗਾਤਾ। ਸੀਨ ਪਹਿਲਾਂ ਹੀ ਤੁਹਾਨੂੰ ਮਿਲਿਆ ਹੋਇਆ ਸੀਗਾ, ਥਰਡ ਫਾਰਮ ਜਿਹੜੀ ਉਹ ਪਹਿਲਾਂ ਹੀ ਲੱਗੀ ਹੋਈ ਹੈ। Perth had played violin. Violin had been played by Perth. I had not liked kites. Kites had not been liked by me, and so on. Next is future indefinite. Future ਆਉਣ ਵਾਲਾ ਸਮਾਂ, ਇਹਦੇ ਵਿੱਚ ਕੀ ਹੁੰਦਾ ਹੈ, ਸਬਜੈਕਟ ਨਾਲ will shall plus verb ਦੀ first form plus object ਲੱਗਦਾ ਹੈ, ਤੇ passive voice ਦੇ ਵਿੱਚ will be shall be verb ਦੀ third form, ਹਮੇਸ਼ਾ ਪੈਸਿਵ ਵੌਇਸ 'ਚ ਵਰਬ ਦੀ ਥਰਡ ਫਾਰਮ ਹੀ ਲੱਗਣੀ ਹੈ। ਅਰਜੁਨ ਵਿਲ ਸੀ ਅ ਡੀਅਰ, ਅ ਡੀਅਰ ਵਿਲ ਬੀ, ਅ ਡੀਅਰ ਤਾਂ ਅੱਗੇ ਆਣਾ ਹੀ ਆਣਾ, ਸੋ ਅ ਡੀਅਰ ਵਿਲ ਬੀ ਸੀਨ ਬਾਏ ਅਰਜੁਨ। ਵਿਲ ਦੇ ਨਾਲ ਬੀ ਲੱਗ ਗਿਆ, ਸਿੰਪਲ ਗੱਲ ਨਾ, ਵਿਲ ਦੇ ਨਾਲ ਬੀ ਲੱਗ ਗਿਆ ਤੇ ਵਰਬ ਦੀ ਥਰਡ ਫਾਰਮ ਲੱਗ ਗਈ। ਹੁਣ ਤੱਕ ਤਾਂ ਤੁਸੀਂ ਇਹਦੀ ਥਰਡ ਫਾਰਮ ਯਾਦ ਕਰ ਲਈ, ਸੀ, ਸੌ, ਸੀਨ। ਪਰਥ ਵਿਲ ਪਲੇ ਵਾਇਲਨ, ਵਾਇਲਨ ਵਿਲ ਬੀ ਪਲੇਡ ਥਰਡ ਫਾਰਮ ਬਾਏ ਪਰਥ। ਸੋ ਕਰਨਾ ਕੀ, ਤੁਸੀਂ ਵਿਲ ਜਾਂ ਸ਼ੈਲ ਜੋ ਵੀ ਹੈ ਉਹਦੇ ਨਾਲ ਬੀ ਲਗਾ ਕੇ ਵਰਬ ਦੀ ਥਰਡ ਫਾਰਮ ਲਗਾ ਦੇਣੀ ਹੈ। ਨੈਕਸਟ ਇਜ਼ ਫਿਊਚਰ ਪਰਫੈਕਟ ਟੈਂਸ। ਫਿਊਚਰ ਪਰਫੈਕਟ ਟੈਂਸ ਵਿੱਚ ਕੀ ਹੁੰਦਾ ਬੇਟੇ, ਸਬਜੈਕਟ ਦੇ ਨਾਲ ਵਿਲ ਸ਼ੈਲ ਤਾਂ ਲੱਗਦਾ ਹੀ ਹੈ, ਫਿਊਚਰ ਕਰਕੇ ਲੱਗਣਾ ਹੀ ਹੈ ਉਹਨਾਂ ਨੇ, ਨਾਲ ਪਰਫੈਕਟ ਬਣਾਉਣ ਵਾਸਤੇ ਫਿਰ ਹੈਵ ਵੀ ਲੱਗਦਾ, ਹੈਵ ਪਲਸ ਵਰਬ ਦੀ ਥਰਡ ਫਾਰਮ ਲੱਗਦੀ ਹੈ। ਸਿੰਪਲ ਫਿਊਚਰ 'ਚ ਕੀ ਸੀਗਾ, ਇਕੱਲਾ ਹੀ ਵਿਲ ਸ਼ੈਲ ਪਲਸ ਵਰਬ ਦੀ ਫਸਟ ਫਾਰਮ ਆਉਂਦੀ ਸੀ, ਇਹਦੇ ਵਿੱਚ ਪਰਫੈਕਟ ਹੋਣ ਕਰਕੇ ਵਿਲ ਸ਼ੈਲ ਨਾਲ ਹੈਵ ਲੱਗ ਗਿਆ, ਔਰ ਜਿੱਥੇ ਹੈਜ਼ ਹੈਵ ਲੱਗ ਗਿਆ, ਹੈਡ ਲੱਗ ਗਿਆ, ਉੱਥੇ ਨਾਲ ਫਿਰ ਵਰਬ ਦੀ ਥਰਡ ਫਾਰਮ ਆਉਣੀ ਹੁੰਦੀ ਹੈ। ਸੋ ਲੈਟਸ ਚੇਂਜ ਦ ਵੌਇਸ ਐਂਡ ਫਿਊਚਰ ਪਰਫੈਕਟ ਟੈਂਸ। ਸੋ ਇਹਦੇ ਵਿੱਚ ਅਸੀਂ ਕੀ ਰੂਲਸ ਕੀ ਹੁੰਦੇ ਆ ਕਿ ਆਬਜੈਕਟ ਪਲਸ ਵਿਲ ਸ਼ੈਲ ਪਲਸ ਹੈਵ ਪਲਸ ਨਾਲ ਬੀਨ ਲਗਾ ਦੇਣਾ, ਸੇਮ ਉਸੇ ਤਰ੍ਹਾਂ ਜਿਵੇਂ ਪਰਫੈਕਟ ਟੈਂਸ ਵਿੱਚ ਕੀਤਾ ਸੀ, ਨਾਲ ਵਰਬ ਦੀ ਥਰਡ ਫਾਰਮ ਤਾਂ ਹੈਗੀ ਹੈ ਪਲਸ ਬਾਏ ਪਲਸ ਸਬਜੈਕਟ। ਵਿਲ ਹੈਵ ਸੀਨ ਅ ਡੀਅਰ, a deer will have been seen by Arjun. Will have already ਲੱਗਿਆ ਹੋਇਆ, ਤੁਸੀਂ ਆਪਣੇ ਕੋਲੋਂ ਕੀ ਲਾਇਆ, been, ਤੇ ਨਾਲ verb ਦੀ third form ਵੀ ਲੱਗੀ ਹੋਈ ਸੀ, seen by Arjun. Parth will have played violin. Violin will have been played by Parth. ਤੁਸੀਂ ਬੇਟੇ ਇਸ ਗੱਲ ਦਾ ਧਿਆਨ ਰੱਖਣਾ ਹੈ ਸਾਰੇ ਵੌਇਸ ਚੇਂਜ ਕਰਨ ਲੱਗਿਆਂ ਕਿ ਆਬਜੈਕਟ ਜਿਹੜਾ ਐਕਟਿਵ ਵੌਇਸ ਦੇ ਵਿੱਚ ਆਬਜੈਕਟ ਹੈ ਉਹ ਸਿੰਗੂਲਰ ਹੈ ਕਿ ਪਲੂਰਲ ਹੈ, ਠੀਕ ਹੈ, ਇਹਦੇ ਅਕੋਰਡਿੰਗਲੀ ਫਿਰ ਵਰਬ ਜਿਹੜੀ ਉਹ ਚੇਂਜ ਹੋਏਗੀ। ਜਿਵੇਂ ਇਹ ਐਗਜ਼ਾਮਪਲ ਦੇ ਕੇ ਸਮਝਾਇਆ, ਰਿੰਪੀ ਇਜ਼ ਰਾਈਟਿੰਗ ਅ ਪੋਇਮ ਨਾ, ਰਿੰਪੀ ਇਜ਼ ਰਾਈਟਿੰਗ ਪੋਇਮਸ, ਇੱਥੇ ਹੁਣ ਆਬਜੈਕਟ ਜਿਹੜਾ ਇੱਥੇ ਸਿੰਗੂਲਰ ਹੈ ਤੇ ਇੱਥੇ ਪਲੂਰਲ ਹੈ, ਹੁਣ ਇਹਦੇ ਨਾਲ ਫਿਰ ਹੈਲਪਿੰਗ ਵਰਬ ਚੇਂਜ ਹੋ ਜਾਏਗੀ। ਅ ਪੋਇਮ is being written by Rimpy, poems are being written by Rimpy. So here are the examples and practice. Change the voice exercises. These you will do on your notebooks and ask me if there is any problem. I am here to solve your problems. So good luck. Have good time.